ਹੈਗਾ। ਤੁਹਾਨੂੰ ਸਿਰਫ ਔਰ ਸਿਰਫ ਆਪਦੇ ਜਿਹੜੇ ਸੈਲਫ ਇੰਟਰਸਟ ਨੇ, ਚਾਹੇ ਉਹ ਪੀਲਾ ਕਾਰਡ ਹੈ, ਚਾਹੇ ਉਹ ਤੁਹਾਡੀ ਇਲੈਕਸ਼ਨ ਦਾ ਮਸਲਾ ਹੈ, ਮੈਨੂੰ ਸਿਰਫ ਤੁਹਾਡਾ ਉਸ 'ਚ ਇੰਟਰਸਟ ਨਜ਼ਰ ਆ ਰਿਹਾ ਹੈ। ਡਿਵੈਲਪਮੈਂਟ ਦੇ ਨਾਲ ਜੇ ਕੋਈ ਸਵਾਲ ਹੈਗਾ ਤਾਂ ਹੁਣ ਉਹ ਕਰੋ, ਹਜੇ ਤੱਕ ਤਾਂ ਮੈਨੂੰ ਸਵਾਲ ਕੋਈ ਆਇਆ ਨਹੀਂ ਹੈਗਾ। ਔਰ ਡੀਪੀਆਰਓ ਸਾਹਿਬ ਤੁਸੀਂ ਬਾਹਰ ਕੱਢ ਦਿਓ ਜੀ। ਇਹ ਬਠਿੰਡੇ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਕੋਈ ਇੰਟਰਸਟ ਨਜ਼ਰ ਨਹੀਂ ਆਇਆ ਹੈਗਾ। ਤੁਹਾਨੂੰ ਸਿਰਫ ਉਸੇ ਗੱਲ ਨੂੰ ਬਾਰ-ਬਾਰ ਰਿਪੀਟ ਪਾਣੀ 'ਚ ਵਧਾਣੀ ਪਾ ਕੇ ਰੱਖੋਗੇ, ਉਹਦਾ ਫਾਇਦਾ ਕੋਈ। ਸੁਣ ਲੈ ਯਾਰ ਇੱਕ ਮਿੰਟ ਭਰਾ, ਮੈਂ ਸਾਰਾ ਦਿਨ ਬੰਦੇ ਜੀ ਫਿਰਦਾ, ਮੈਂ ਮਾੜੀ ਜੀ ਗੱਲ ਕਹੇ ਨਾਲ ਸਮਝ ਜਾਣਾ ਵੀ ਤੁਸੀਂ ਕੀ ਕਹਿਣਾ ਵਾ। ਜਾਂ ਤੂੰ ਆ ਕੇ ਬਹਿ ਜਾ ਯਾਰ, ਜਾਂ ਮੈਨੂੰ ਐ ਕਿਉਂ ਕਰਦਾ, ਧੱਕਾ ਨਾ ਕਰਾਂ। अपना संविधान है, इट्स ए सेपरेट सोसाइटी। वो सर मैं इंक्वायरी लाई सी DRO ਦੀ उन्होंने अपना संविधान ਜਿਹੜਾ ਹੈਗਾ 2018 ਵਿੱਚ ਉਹਨਾਂ ਨੇ ਅਮੈਂਡ ਕੀਤਾ ਹੋਇਆ ਹੈ। ਉਹਦੇ ਵਿੱਚ ਸਿਰਫ ਮਾਨਤਾ ਪ੍ਰਾਪਤ ਤੇ ਉਹਨਾਂ ਨੇ ਲਿਆ ਹੋਇਆ ਹੈ। ਉਹ ਕਹਿੰਦੇ ਕਿ ਸਾਡਾ ਤਾਂ ਇਹੀ ਹੈ ਸਰ, ਇਹ ਪ੍ਰਾਈਵੇਟ ਸੋਸਾਇਟੀ ਹੈ, ਇਹਦੇ ਵਿੱਚ ਸਾਡਾ ਕੋਈ ਉਹਦਾ ਬੰਦਾ ਨਹੀਂ ਜੋ ਉਹਦਾ ਆਪਣਾ ਇਲੈਕਸ਼ਨ ਹੈ। सर चेंज क्यों किया गया? ਉਹ ਹਮਾਰਾ ਨਹੀਂ ਹੈ ਨਾ, ਨਹੀਂ ਪ੍ਰਾਈਵੇਟ ਸਰ ਸੋਸਾਇਟੀ ਹੈ ਉਹ। ਸਰ ਇੱਕ 60 ਪੱਤਰਕਾਰ 200 ਪੱਤਰਕਾਰ ਹੈ ਬਠਿੰਡੇ 'ਚ, ਇੱਕ 60 ਪੱਤਰਕਾਰ ਉੱਥੇ ਇਲੈਕਸ਼ਨ ਲੜ ਰਹੇ ਨੇ। ਪ੍ਰੈਸ ਕਲੱਬ ਕੋਲ 20-25 ਲੱਖ ਰੁਪਇਆ ਜਿਹੜਾ ਹੈਗਾ ਉਹਨਾਂ ਕੋਲ ਪਿਆ ਗਿਆ। ਪਰ ਜਿੰਨੇ ਯੈਲੋ ਕਾਰਡਸ ਨੇ, ਐਕ੍ਰੀਡੇਸ਼ਨ ਕਾਰਡਸ ਨੇ, ਉਹਦੀ ਇਨਕੁਆਇਰੀ ਕਰਵਾਓ ਤੁਸੀਂ, ਫੇਰ ਇਨਕੁਆਇਰੀ ਕਰਵਾਓ। ਡੀਪੀਆਰਓ ਨੇ ਸਾਰੇ ਗਲਤ ਬਣਾਏ ਨੇ ਜੀ, ਲੋਕਲ ਡੀਪੀਆਰਓ ਨੇ ਸਾਰੇ ਗਲਤ। ਚਲੋ ਪ੍ਰੈਸ ਕਲੱਬ ਦਾ ਗਠਨ ਕਰਨ ਵਾਲੇ ਯਸ਼ਪਾਲ ਵਰਮਾ ਜੀ ਸੀ, ਅੱਜ ਇਹਨਾਂ ਨੂੰ ਦਰਕਿਨਾਰ ਕਰਕੇ ਇਲੈਕਸ਼ਨ ਕਰਾਏ ਜਾ ਰਹੇ ਨੇ। ਇੱਕ ਮਿੰਟ ਭਾਈ ਸਾਹਿਬ ਨੂੰ ਬੋਲ ਤਾਂ ਲੈਣ ਦਿਓ, ਇੱਕ ਮਿੰਟ ਬੋਲ ਤਾਂ ਲੈਣ ਦਿਓ। ਦੇਖੋ ਗੱਲ ਇਹ ਹੈ ਕਿ ਇਹ ਵੈਸੇ ਤਾਂ ਜਿਹੜਾ ਇਹ ਤੁਹਾਡਾ ਇੱਕ ਆਪਦੀ ਇੰਡੀਵਿਜੂਅਲ ਸੰਸਥਾ ਦੀ ਇਲੈਕਸ਼ਨ ਦਾ ਕਿਹਨੂੰ ਪ੍ਰਧਾਨ ਬਣਾਉਣਾ, ਕਿਹਨੂੰ ਲਾਉਣਾ ਹੈ, ਇਹ ਤੁਹਾਡਾ ਆਪਸ ਦਾ ਪੱਤਰਕਾਰ ਭਾਈ ਵੀਰਾਂ ਦਾ ਇਹ ਪਰਪਸ ਹੈ ਜਿਹੜਾ ਇਹ ਤੁਹਾਡਾ ਹੋਣਾ ਚਾਹੀਦਾ। ਨੰਬਰ 1 ਆ ਜਿਹੜਾ ਕੋਈ ਵੀ, ਚਾਹੇ ਕੋਈ ਵਪਾਰਿਕ ਸੰਸਥਾ ਹੋਵੇ, ਚਾਹੇ ਕੋਈ ਭਾਈਚਾਰਕ ਸੰਸਥਾ ਹੋਵੇ, ਚਾਹੇ ਕੋਈ ਸਮਾਜਿਕ ਸੰਸਥਾ ਹੋਵੇ, ਮੇਰੀ ਆਪਣੀ ਨਿੱਜੀ ਰਾਏ ਇਹ ਹੈ ਵੀ ਉਹਦੇ 'ਚ ਸਰਕਾਰਾਂ ਨੂੰ ਜਾਂ ਪੋਲੀਟੀਕਲ ਬੰਦਿਆਂ ਨੂੰ ਪੈਣਾ ਨਹੀਂ ਚਾਹੀਦਾ ਹੈਗਾ। ਇਹ ਤੁਹਾਡੇ ਆਪਸ 'ਚ ਭਾਈਚਾਰੇ ਦੀ ਗੱਲ ਹੈ। ਅਸੀਂ ਤਾਂ ਕਹਿੰਦੇ ਹਾਂ ਕਿ ਜੇ 200 ਪੱਤਰਕਾਰ ਵੀਰ ਹੈਗੇ, ਤੁਸੀਂ 200 ਦੇ 200 ਇਕੱਠੇ ਹੋ ਕੇ ਆਪਦੀ ਬੋਡੀ ਦਾ ਨੂੰ ਇਕੱਠਾ ਕਰੋ, ਉਹਨੂੰ ਤਗੜਾ ਕਰੋ, ਉਹਨੂੰ ਮਜ਼ਬੂਤ ਕਰੋ, ਤੇ ਸਰਕਾਰ ਤੋਂ ਫਿਰ ਜੋ ਇਕੱਠੇ ਹੋ ਕੇ ਚਾਹੀਦਾ ਤੁਸੀਂ ਸਰਕਾਰ ਨਾਲ ਫਿਰ ਗੱਲ ਕਰੋ। ਨੰਬਰ 1 ਸੈਕਿੰਡ ਲੈਟ ਮੀ ਕੰਪਲੀਟ। ਦੂਜੀ ਗੱਲ, ਜੇ ਤੁਸੀਂ ਫਿਰ ਵੀ ਇਹ ਕਹਿੰਦੇ ਹੋ ਵੀ ਇਸ ਤਰੀਕੇ ਦਾ ਕੋਈ ਤੁਹਾਡਾ ਆਪਸ ਦੇ ਵਿੱਚ ਇਸ਼ੂ ਹੈਗਾ, ਠੀਕ ਹੈ ਨਾ, ਹੁਣ ਇਹ ਅੱਜ ਦੀ ਮੀਟਿੰਗ ਦਾ ਸਬਜੈਕਟ ਨਹੀਂ ਹੈਗਾ। ਨੋ ਡਾਊਟ ਡਿਪਾਰਟਮੈਂਟ ਇਹ, ਚਾਹੇ ਇਹ DIPR ਮੇਰੇ ਕੋਲੇ ਹੈ, ਮੈਂ ਇਹ ਤੁਹਾਡੀ ਦਰਖਾਸਤ ਹੈ ਜਿਹੜੀ ਉਹ ਮੈਂ ਲੈ ਲੈਣਾ। ਇਹ ਸਾਡੇ ਜਿਹੜੇ ਸੈਕਟਰੀ ਨੇ, ਸੈਕਟਰੀ ਔਰ ਡਾਇਰੈਕਟਰ ਨੇ, ਮੈਂ ਉਹਨਾਂ ਨਾਲ ਗੱਲ ਕਰ ਲੂँਗਾ। ਇਹਦੇ 'ਚ ਜੋ ਵੀ ਕੁਛ ਐਜ਼ ਪਰ ਪਾਲਿਸੀ, ਐਜ਼ ਪਰ ਲਾਅ ਹੋ ਸਕਦਾ ਹੋਇਆ, ਜਿੰਨੀ ਅਸੀਂ ਇੰਟਰਵੈਂਸ਼ਨ ਕਰ ਸਕਦੇ ਉਨੀ ਜ਼ਰੂਰ ਕਰਾਂਗੇ। ਪਰ ਜੇ ਆਪਾਂ ਕਹੀਏ ਵੀ ਇਹਦੇ 'ਚ ਕੋਈ ਡਿਪਾਰਟਮੈਂਟ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਈ ਫੋਰਸਫੁਲੀ ਕੋਈ ਚੀਜ਼ ਐਨਫੋਰਸ ਕਰ ਦੂਗਾ, ਉਹ ਪੋਸੀਬਲ ਮੈਨੂੰ ਅੱਜ ਦੀ ਘੜੀ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਇਸ ਕਰਕੇ ਮੈਂ ਤੁਹਾਡੀ ਐਪਲੀਕੇਸ਼ਨ ਹੈ ਜਿਹੜੀ ਤੁਹਾਡੀ ਇਹ ਸਿਰ ਮੱਥੇ, ਮੈਂ ਇਹ ਸੈਕਟਰੀ ਸਾਹਿਬ ਨਾਲ ਗੱਲ ਕਰ ਲੂँਗਾ। ਔਰ ਜੋ ਕੁਛ ਹੋ ਸਕਦਾ ਹੋਇਆ, ਜੇ ਕੋਈ ਇਲੀਗੈਲਿਟੀ ਕਮਿਟ ਹੋ ਰਹੀ ਹੋਈ, ਠੀਕ ਹੈ ਨਾ, ਤਾਂ ਉਹਦੇ ਅਕੋਰਡਿੰਗਲੀ ਡੀ ਸਾਹਿਬ ਨੂੰ ਅਸੀਂ ਕਨਵੇ ਕਰ ਦਾਂਗੇ। ਤੇ ਜੇ ਉਹਦੇ 'ਚ ਅਸੀਂ ਕੋਈ ਬਹੁਤਾ ਇੰਟਰਵੈਂਸ਼ਨ ਕਰ ਹੀ ਨਹੀਂ ਸਕਦੇ ਹੋਏ ਹੈਗੇ, ਫਿਰ ਇਹ ਤੁਹਾਡਾ ਆਪਸ ਦਾ ਮਸਲਾ ਹੋਊਗਾ। ਪਰ ਹੁਣ ਐਜ਼ ਆਫ ਨਾਓ ਇਹ ਮੈਂ ਜਿਹੜੇ ਸੈਕਟਰੀ ਸਾਹਿਬ ਨੇ ਉਹਨਾਂ ਨਾਲ ਮੈਂ ਗੱਲ ਕਰ ਲੂँਗਾ, ਠੀਕ ਹੈ ਜੀ। ਇੱਕ ਨਿੱਕੀ ਜੀ ਬੇਨਤੀ ਹੋਰ ਸੀ ਸਰ, ਅਰੋੜਾ ਇੱਕ ਨਿੱਕੀ ਬੇਨਤੀ ਹੋਰ ਸੀ। ਅਰੋੜਾ ਜੀ ਇੱਕ ਮਿੰਟ ਯਾਰ, ਅਰੋੜਾ ਜੀ ਮੈਂ 22 ਸਾਲ ਤੋਂ ਟ੍ਰਿਬਿਊਨ ਤੇ ਹਿੰਦੀ 'ਚ ਗੱਲ ਕਰ ਰਿਹਾ। ਮੇਰਾ ਪੀਲਾ ਕਾਰਡ ਬਣਿਆ ਹੋਇਆ ਹੈ, ਹਰ ਸਾਲ ਬਣਦਾ ਹੈ। ਐਤਕੀ ਡੀਪੀਆਰ ਸਾਹਿਬ ਨੇ ਜਾਣ ਕੇ ਮੇਰਾ 2 ਸਾਲ ਲੇਟ ਕਰਤਾ, DC ਸਾਹਿਬ ਨੇ ਕਹਿ ਕੇ ਦਵਾਇਆ ਹੈ। ਇੱਕ ਮਿੰਟ ਹੁਣ ਪੀਲਾ ਕਾਰਡ ਵੀ ਮੇਰਾ ਬਣਿਆ, ਹੁਣ ਉਹ ਕਹਿੰਦੇ ਫਿਰ ਵੀ ਤੇਰੀ ਪੋਰਟਰੀ ਪਾਉਣ ਦਿੰਦੇ ਤੁਸੀਂ DPR ਸਾਹਿਬ ਹਮੇਸ਼ਾ ਕਹਿੰਦੇ ਨੇ ਇਹ ਚੋਣ ਕਰਨਗੇ, ਇਹ ਚੋਣ ਕਰਨਗੇ, ਉੱਥੇ ਇਹ ਚੋਣ ਕਰਕੇ ਪ੍ਰਧਾਨਗੀ ਕਰਨਗੇ, ਚੰਗੇ ਫਸਲ ਹੋਣਗੇ। ਇਹ ਤਾਂ ਕਰਕੇ ਕਹਿ ਰਹੇ ਹੈ ਤਾਂ ਕਿ ਲੜਾਈ ਝਗੜੇ ਨਾ ਹੋ, ਤਾਂ ਉਹਨਾਂ ਨੇ ਜਿਹੜੇ DPR ਹੋਗਾ ਸਾਰੇ ਮਸਲੇ ਦੀ ਸਾਰੇ ਜੜ ਸਰ 3 ਸਾਲ ਹੋ ਗਏ ਇਹਨਾਂ ਨੂੰ ਇੱਥੇ ਬੈਠਿਆਂ ਨੂੰ। ਇਹਨਾਂ ਨੂੰ ਇਹ ਕੰਮ ਹੈ ਸਾਡਾ ਕਾਂਗਰਸ ਸਰਕਾਰ ਵੇਲੇ ਕ੍ਰਿਮੀਨਲ ਬੰਦਿਆਂ ਦੇ ਐਕ੍ਰੀਡੇਸ਼ਨ ਕਾਰਡ ਬਣੇ ਜੀ, ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਜੀ। ਆਖਿਰ ਇਹ ਪੁਰਾਣੇ ਬੰਦੇ ਜਿਹੜੇ ਅਸੀਂ 2000 ਸਾਲ ਤੋਂ ਕੰਮ ਕਰ ਰਹੇ, ਸਾਨੂੰ DPR ਸਾਹਿਬ ਨਹੀਂ ਪਛਾਣਦੇ, ਲੇਕਿਨ ਚੰਦ 5-7 ਬੰਦੇ। ਇੱਕ ਮਿੰਟ ਯਾਰ ਮੈਨੂੰ ਬੋਲੋ, ਇੱਕ ਮਿੰਟ। ਦੇਖੋ ਇਸ ਤਰ੍ਹਾਂ, ਮੈਂ ਤੁਹਾਡੀਆਂ ਗੱਲਾਂ ਨੂੰ ਗਲਤ ਨਹੀਂ ਕਹਿ ਰਿਹਾ ਹੈਗਾ। ਤੁਹਾਡੀਆਂ ਗੱਲਾਂ ਆਪਦੀ ਜਗ੍ਹਾ ਸਹੀ ਹੋਣਗੀਆਂ, ਤੁਹਾਡੀਆਂ ਗੱਲਾਂ, ਤੁਹਾਡੀਆਂ ਕੰਪਲੇਂਟਸ ਨੇ ਜਿਹੜੇ ਸਿਰ ਮੱਥੇ। ਪਰ ਤੁਸੀਂ ਪੱਤਰਕਾਰ ਵੀਰ ਹੋ, ਪੱਤਰਕਾਰ ਜਿਹੜੇ ਹੁੰਦੇ ਨੇ, ਮੀਡੀਆ ਜਿਹੜਾ ਹੁੰਦਾ ਹੈ, ਉਹ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਚੌਥਾ ਥੰਮ ਹੁੰਦਾ ਹੈ। ਉਹ ਸੁਣ ਤਾਂ ਭਾਈ ਸਾਹਿਬ ਤੁਸੀਂ ਜੇ ਬੋਲਣਾ ਹੀ ਹੈ, ਮੈਂ ਕਹਿੰਦਾ ਸਵਾਲ ਮੇਰੇ ਤੋਂ ਚਾਹੇ ਇੱਕ ਮਿੰਟ, ਸਵਾਲ ਮੇਰੇ ਤੋਂ ਚਾਹੇ ਸ਼ਾਮ ਤੱਕ ਜਿੰਨੇ ਮਰਜ਼ੀ ਲੈ ਲਿਓ, ਪਰ ਮੇਰੀ ਜਵਾਬ ਸੁਣ ਲਓ, ਮੈਨੂੰ ਵਿੱਚ ਨਾ ਕੱਟੋ। ਤੁਹਾਡਾ ਜਿਹੜਾ ਜਿੰਨੀ ਮੈਨੂੰ ਹੁਣ ਤੱਕ ਗੱਲ ਸਮਝ ਆਈ ਹੈ,
ਤੁਹਾਡਾ ਹਜੇ ਤੱਕ ਤਾਂ ਮੈਨੂੰ ਕੋਈ ਬਠਿੰਡੇ ਜਾਂ ਬਠਿੰਡੇ ਫੋਰ ਸਿਰਫ ਆਪਦੇ ਜਿਹੜੇ ਸੈਲਫ ਇੰਟਰਸਟ ਨੇ, ਚਾਹੇ ਉਹ ਪੀਲਾ ਕਾਰਡ ਹੈ, ਚਾਹੇ ਉਹ ਤੁਹਾਡੀ ਇਲੈਕਸ਼ਨ ਦਾ ਮਸਲਾ ਹੈ, ਮੈਨੂੰ ਸਿਰਫ ਤੁਹਾਡਾ ਉਸ 'ਚ ਇੰਟਰਸਟ ਨਜ਼ਰ ਆ ਰਿਹਾ ਹੈ। ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਹੈ ਕਿ ਜੋ ਤੁਸੀਂ ਅੱਜ ਮੈਂ ਆਇਆ ਇੱਥੇ ਪਹਿਲੀ ਵਾਰੀ ਆਇਆ, ਤੁਸੀਂ ਆਪਦਾ ਇਸ਼ੂ ਹੈ ਜਿਹੜਾ ਉਹ ਰੇਜ਼ ਕਰਤਾ। ਮੈਂ ਸਾਰਾ ਦਿਨ ਆਹੀ ਤੁਸੀਂ ਦੱਸੋ। ਤੁਹਾਡਾ ਇਸ਼ੂ ਮੈਂ ਸਮਝ ਗਿਆ, ਤੁਹਾਡੀ ਕੰਪਲੇਂਟ ਹੈ ਜਿਹੜੀ ਉਹ ਮੈਂ ਲੈ ਲਈ, ਇਹਨੂੰ ਮੈਂ ਐਗਜ਼ਾਮਿਨ ਕਰਾ ਲੂੰਗਾ। ਸਾਡਾ ਡਿਪਾਰਟਮੈਂਟ ਦਾ ਬੜਾ ਫ੍ਰੀ ਐਂਡ ਫੇਅਰ ਹੈ ਜਿਹੜਾ ਉਹ ਫੰਕਸ਼ਨਿੰਗ ਹੋਊਗੀ। ਕਿਸੇ ਨਾਲ ਕੋਈ ਤੇਰ ਨਹੀਂ, ਕਿਸੇ ਨਾਲ ਕੋਈ ਮੇਰ ਨਹੀਂ, ਨਾ ਕਹੂ ਸੇ ਦੋਸਤੀ ਨਾ ਕਹੂ ਸੇ ਬੈਰ। ਜਿਹੜਾ ਸਹੀ ਕੰਮ ਕਰੂਗਾ ਡਿਪਾਰਟਮੈਂਟ ਦੇ, ਸਰਕਾਰ ਦੇ, ਔਰ ਖ਼ਾਸ ਤੌਰ 'ਤੇ ਉਹ ਤੋਂ ਵੀ ਵੱਧ ਕੇ ਲੋਕਾਂ ਦੇ ਹਿੱਤ ਦੇ ਵਿੱਚ, ਠੀਕ ਹੈ ਨਾ, ਉਹਨੂੰ ਉਹ ਅਫਸਰ, ਉਹ ਅਧਿਕਾਰੀ ਪ੍ਰਮੋਟ ਹੋਊਗਾ, ਉਹ ਅਧਿਕਾਰੀ ਦੀ ਪਿੱਠ ਥਾਪੜੀ ਜਾਊਗੀ। ਜਿਹੜਾ ਨਹੀਂ ਹੋਊਗਾ ਤੇ ਉਹ ਸਾਡਾ ਵੀ ਕੁਝ ਨਹੀਂ ਲੱਗਦਾ ਹੈਗਾ, ਠੀਕ ਹੈ। ਹੁਣ ਜੇ ਕੋਈ ਤੁਹਾਡਾ ਬਠਿੰਡੇ ਨਾਲ, ਬਠਿੰਡੇ ਦੇ ਮਸਲਿਆਂ ਨਾਲ, ਬਠਿੰਡੇ ਦੇ ਕੰਮਾਂ ਨਾਲ, ਬਠਿੰਡੇ ਦੇ ਲੋਕਾਂ ਦੇ ਡਿਵੈਲਪਮੈਂਟ ਦੇ ਨਾਲ ਜੇ ਕੋਈ ਸਵਾਲ ਹੈਗਾ ਤਾਂ ਹੁਣ ਉਹ ਕਰੋ। ਹਜੇ ਤੱਕ ਤਾਂ ਮੈਨੂੰ ਸਵਾਲ ਕੋਈ ਆਇਆ ਨਹੀਂ ਹੈਗਾ। ਬੋਲੋ ਜੀ। ਇੱਕ ਮਿੰਟ ਦੋ ਬਿਠਾ ਜਾ। ਇੱਕ ਮਿੰਟ ਸਾਹਿਬ, ਇੱਕ ਮਿੰਟ ਜੀ। ਸਾਡੇ ਕੋਲ 50 ਲੱਖ ਰੁਪਏ ਫੰਡ ਹੈ ਜੀ। 2 ਸਾਲ ਹੋ ਗਏ ਪਹਿਲਾਂ ਹਿਸਾਬ ਦਿੱਤਾ, ਉਦੋਂ 2 ਸਾਲ ਪਿਛਲੇ ਵਾਰ ਹਿਸਾਬ ਦਿੱਤਾ। ਸਰਕਾਰੀ ਕੋਠੀ ਹੈ ਜਨਾਬ, ਸਾਡੇ ਕੋਲ ਸਰਕਾਰੀ ਕੋਠੀ ਹੈ। ਅਸੀਂ ਕੋਠੀ ਲਿੱਤੀ ਸੀਗੀ, ਉੱਥੇ ਗੁੰਡਾ ਤਾਂ ਬੰਦੇ ਬੈਠੇ ਨੇ ਜੀ, 60 ਬੰਦੇ। ਆ ਦੇਖੋ 60 ਬੰਦੇ ਬੈਠੇ ਆ, 100 ਬੰਦਾ ਬਾਹਰ ਹੈ। ਔਰ DPRO ਸਾਹਿਬ, ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਜੀ, ਸ਼ਹਿਰ ਦੀ ਗੱਲ ਕਰਦੇ ਹੋ, ਮੰਤਰੀ ਸ਼ਹਿਰ ਦੀ ਗੱਲ ਕਰਦੇ ਹੋ, ਜੇ ਤੁਹਾਡੇ ਕੋਲ DPRO ਸਾਹਿਬ ਆਉਣ ਨਹੀਂ ਦਿੰਦੇ ਸਾਨੂੰ ਜੀ, 100 ਬੰਦੇ ਨੂੰ ਆਉਣ ਨਹੀਂ ਦਿੰਦਾ ਜੀ। ਇੱਕ ਤਾਂ ਤੁਹਾਨੂੰ ਮੰਤਰੀ ਨਹੀਂ ਮਿਲ ਸਕਦੇ, ਆ ਬੈਠੇ ਕੋਲੇ ਬਾਹਰ ਕੱਢ ਦਿੰਦੇ ਜੀ। ਅਸੀਂ ਕਿੱਥੇ ਖਬਰਾਂ ਲਾਵਾਂਗੇ ਤੁਹਾਡੇ, ਸਾਨੂੰ ਪਤਾ ਕਿ ਤੁਸੀਂ ਸੁਣ ਲਓ ਮੇਰੀ ਗੱਲ। ਮੈਨੂੰ 30 ਸਾਲ ਹੋ ਗਏ ਪਬਲਿਕ ਲਾਈਫ ਦੇ ਵਿੱਚ। ਪਾਵਰ ਹਾਊਸ ਰੋਡ ਦਾ ਇਹ ਕਾਂਗਰਸ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਸਰਕਾਰ ਤਾਂ ਹੀ ਤਾਂ ਡੁੱਬ ਗਈ। ਜੇ ਪਾਣੀ ਇੰਨਾ ਸੀਗਾ ਨਹੀਂ ਕੱਢ ਸਕੇ ਹੈਗੇ ਇੰਨੇ ਸਾਲਾਂ ਦੇ ਵਿੱਚ। ਪੰਜਾਬ ਦਾ ਖਜ਼ਾਨੇ ਦੀਆਂ ਚਾਬੀਆਂ 5 ਸਾਲ ਬਠਿੰਡੇ ਕੋਲੇ ਰਹੀਆਂ ਹੋਣ ਤੇ ਕੱਲੀ ਸ਼ੇਰੋ ਸ਼ਾਇਰੀ ਸਾਨੂੰ ਸੁਣਨ ਉੱਥੇ ਮਿਲ ਜਾਂਦੀ ਸੀਗੀ। ਤੇ ਜੇ ਨਹੀਂ ਕੁਝ ਕੀਤਾ ਹੈਗਾ ਤਾਂ ਹੀ ਤਾਂ ਰਿਕਾਰਡ ਤੋੜ ਵੋਟਾਂ ਤੇ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾਈਆਂ ਨੇ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ, ਮੈਂ ਕਿਸੇ ਕੋਈ ਤੇਰ ਮੇਰ ਦੇ ਵਿੱਚ ਜਾਂ ਕੋਈ ਸਿਆਸੀ ਸ਼ਗੂਫੇਬਾਜ਼ੀਆਂ 'ਚ ਨਹੀਂ ਪੈਣਾ ਚਾਹੁੰਦਾ ਹੈਗਾ। ਪਿਛਲਿਆਂ ਨੇ ਕੀ ਕਰਤਾ, ਲੋਕਾਂ ਨੇ ਸਜ਼ਾ ਦੇਤੀ। ਸਾਡਾ ਮਕਸਦ ਬੜਾ ਕਲੀਅਰ ਹੈ, ਬੜਾ ਸਪਸ਼ਟ ਹੈ। ਮਾਨ ਸਾਹਿਬ ਦਾ ਮੈਂਡੇਟ ਹੈ ਜਿਹੜਾ, ਔਰ ਦਿਸ਼ਾ ਨਿਰਦੇਸ਼ ਨੇ ਬੜੇ ਸਪਸ਼ਟ ਨੇ ਕਿ ਹਰੇਕ ਮਹਿਕਮਾ ਲੋਕਾਂ ਦੇ ਵਿੱਚ ਪਹੁੰਚ ਕੇ, ਸਰਕਾਰ ਲੋਕਾਂ ਦੇ ਦੁਆਰ ਮਕਸਦ ਦੇ ਨਾਲ ਲੋਕਾਂ ਦੇ ਵਿੱਚ ਜਾਊਗੀ। ਲੋਕਾਂ ਦੇ ਕੀ ਮੁੱਦੇ ਮਸਲੇ ਨੇ ਉਹਨਾਂ ਨੂੰ ਸੁਣਾਂਗੇ, ਸਮਝਾਂਗੇ ਤੇ ਉਹਨਾਂ ਦੇ ਮੁਤਾਬਕ ਹੀ ਹੱਲ ਹੈ ਜਿਹੜਾ ਉਹ ਕਰੂਗੀ। ਜਿਸ ਦੇ ਤਹਿਤ ਅੱਜ ਅਸੀਂ ਹਾਊਸਿੰਗ ਔਰ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ, ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ, ਸਿਨਹਾ ਸਾਹਿਬ, DC ਸਾਹਿਬ ਨੇ, ACA ਸਾਰੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ, ਸਾਰੇ MLA ਸਾਹਿਬਾਨ ਨੇ, ਅਸੀਂ ਸਾਰੇ ਪਹੁੰਚੇ ਹਾਂ। ਲੋਕਾਂ ਤੋਂ ਮਸਲੇ ਪੁੱਛ ਰਹੇ ਹਾਂ, ਸਮਝ ਰਹੇ ਹਾਂ, ਮੌਕੇ ਤੇ ਹੱਲ ਕਰਨ ਵਾਲੇ ਹੱਲ ਕਰ ਰਹੇ ਹਾਂ। ਜਿਹੜੇ ਕਿਸੇ ਦੇ ਉੱਪਰ ਕੋਈ ਡੈਲੀਬਰੇਸ਼ਨ ਡਿਸਕਸ਼ਨ ਦੀ ਲੋੜ ਹੈ ਉਹ ਹੋਏਗੀ। ਔਰ ਇਸ ਤਰੀਕੇ ਦਾ ਅੱਗੇ ਨੂੰ ਸਿਸਟਮ ਨੂੰ ਸਟ੍ਰੀਮਲਾਈਨ ਔਰ ਸਮੂਦਨ ਕਰ ਦੇਣਾ ਕਿ ਲੋਕਾਂ ਦੀ ਖੱਜਲ ਖੁਆਰੀ ਹੈ ਜਿਹੜੀ ਉਹ 100% ਰੂਟ ਆਊਟ ਕਰ ਦੇਣੀ ਅਸੀਂ ਸਿਸਟਮ ਦੇ ਵਿੱਚੋਂ। ਸਰ ਅੱਜ ਬਠਿੰਡਾ ਵਿੱਚ ਧੋਬੀਆਂ ਵਿੱਚ ਗਰੀਬ ਸਮਾਜ ਦੇ ਘਾਟ ਆਏ ਗਏ, ਕੀ ਕਹਿਣਾ ਚਾਹੋਗੇ ਜੀ? ਕੀ ਇਸ਼ੂ ਹੈ ਜੀ? सर ये तो आज से 1 महीना पहले की बात है सर। वहाँ पे 10-20 सालों से रिंग रोड जो है उस पर कब्जा किया हुआ था लोगों ने, आरा लगा हुआ है। बंदे कुछ उनमें से बहुत अमीर थे क्योंकि बड़े बड़े घर बना रखे थे। प्रॉपर रोड 20 सालों से बन नहीं रही थी। रिंग रोड की स्ट्रेच कंप्लीट करने के लिए उसमें डिमोलिशन ड्राइव शुरू की। सारे इंक्रोचर्स थे, कोई भी। देखो जवाब आ गया जी, सैटिस्फाइड? ਅੱਗੇ ਸਰ ਤਕਰੀਬਨ 1.5 ਮਹੀਨੇ ਤੋਂ ਰਜਿਸਟਰੀਆਂ ਨਿਕਲ ਰਹੀਆਂ ਲੋਕਾਂ ਦਾ ਕਹਿਣਾ ਵੀ ਦੇਖੋ ਇਸ ਤਰ੍ਹਾਂ ਕਿ ਇਹ ਇਸ਼ੂ ਹੈ ਜਿਹੜਾ, ਇਹ ਤੁਹਾਡਾ ਪੁਆਇੰਟ ਹੈ ਜਿਹੜਾ ਬੜਾ ਵੈਲਿਡ ਹੈ ਪੁਆਇੰਟ। ਇਹ ਪਿਛਲੇ ਲੰਮੇ ਸਮੇਂ ਤੋਂ ਅਸਲ 'ਚ ਹੋਇਆ ਕੀ ਹੈ। ਹੁਣ ਦੇਖੋ ਗੱਲ ਇਹ ਹੈ ਕਿ ਪਿਛਲੇ ਸਰਕਾਰਾਂ ਦੇ ਸਮੇਂ ਇੰਨਾ ਕੁ ਸਿਸਟਮ ਨੂੰ ਕੰਪਲੈਕਸ ਕਰਤਾ, ਇੰਨਾ ਕੁ ਗੰਦਲਾ ਕਰਤਾ ਕਿ ਜਿਹਦੀ ਵਜ੍ਹਾ ਕਰਕੇ ਇਲੀਗਲ ਕਲੋਨੀਜ਼ ਦੀ ਮਸ਼ਰੂਮਿੰਗ ਹੈ ਜਿਹੜੀ ਉਹ ਇੰਨੀ ਹੋ ਚੁੱਕੀ ਕਿ ਇੱਕ ਅਰਬਨ ਕੰਕਰੀਟ ਦੇ ਜੰਗਲ ਵਾਂਗ ਪੰਜਾਬ ਹੈ ਜਿਹੜਾ ਉਹ ਬਣਦਾ ਜਾ ਰਿਹਾ। ਜਿਹਦੀ ਵਜ੍ਹਾ ਕਰਕੇ ਕਈ ਥਾਵਾਂ ਤਾਂ ਸਾਡੇ ਕੋਲ ਇਹੋ ਜਿਹੇ ਧਿਆਨ ਦੇ ਵਿੱਚ ਵੀ ਆਈਆਂ ਨੇ ਵੀ ਜਿੱਥੇ ਲੋਕ ਰਹਿਣ ਲੱਗ ਗਏ, ਸੰਘਣੀ ਆਬਾਦੀ ਹੋ ਗਈ। ਉੱਥੇ ਜੇ ਖੁਦਾ ਨਾ ਖਾਸਤਾ ਕੋਈ ਟ੍ਰੈਜਡੀ ਹੋ ਜੇ, ਅੱਗ ਲੱਗ ਜੇ, ਉੱਥੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਜੇ ਉਸ ਸਿਚੁਏਸ਼ਨ ਕੋਈ ਆ ਜੇ ਤੇ ਫਿਰ ਲੋਕਾਂ ਦਾ ਪ੍ਰੋਟੈਸਟ ਜਿਹੜਾ ਉਹ ਸਰਕਾਰ ਦੇ ਅਗੇਂਸਟ ਹੋ ਜਾਂਦਾ ਹੈ ਔਰ ਹਿਊਮਨ ਲਾਈਫ ਦਾ ਲਾਸ ਹੈ ਜਿਹੜਾ ਨੁਕਸਾਨ ਹੁੰਦਾ ਉਹ ਅੱਡ। ਸੋ ਇਸ ਕਰਕੇ ਇਹ ਸਾਰੇ ਸਿਸਟਮ ਨੂੰ ਪਿਛਲੇ ਸਮੇਂ ਦੇ ਵੀ ਸਰਕਾਰਾਂ ਦੀ ਨੀਤ ਕੀ ਰਹੀ ਹੈ ਵੀ ਜਦੋਂ ਵੋਟਾਂ ਆਈਆਂ ਤੇ ਨੋਟਾਂ ਦਾ ਵਾਲਾ ਕੰਮ ਬਣਦਾ ਹੋਵੇ ਉਦੋਂ ਸਾਰੇ ਦੇ ਸਾਰੇ ਨੂੰ ਉਹ ਇੱਕ ਵਾਰੀ ਰੈਗੂਲਰਾਈਜ਼ ਕਰ ਦਿੰਦੇ ਸੀਗੇ ਜਾਂ
ਇਸ ਤਰੀਕੇ ਦਾ ਸਿਸਟਮ ਅਡਾਪਟ ਕਰ ਲਿਆ ਜਾਂਦਾ ਸੀਗਾ, ਜਿਹਦੇ ਨਾਲ ਸਾਰੀ ਪਲੈਨਡ ਡਿਵੈਲਪਮੈਂਟ ਵੀ ਅਨਪਲੈਨਡ ਨਜ਼ਰ ਆਉਣ ਲੱਗ ਜਾਂਦੀ ਸੀਗੀ। ਇਹ ਸਾਰੇ ਸਿਸਟਮ ਨੂੰ ਸਟ੍ਰੀਮਲਾਈਨ ਕਰਨ ਦੇ ਲਈ ਇੱਕ ਵਾਰੀ ਥੋੜੀ ਬ੍ਰੇਕ ਹੈ ਜਿਹੜੀ ਉਹ ਦਿੱਤੀ ਹੈ। ਬੜੀ ਜਲਦੀ ਹੀ ਪਿਛਲਾ ਸਿਸਟਮ ਹੈ ਜਿਹੜਾ ਉਹ ਵੀ ਸਟ੍ਰੀਮਲਾਈਨ ਕਰਾਂਗੇ ਤੇ ਅੱਗੇ ਨੂੰ ਅਨਪਲੈਨਡ ਡਿਵੈਲਪਮੈਂਟ ਪੰਜਾਬ ਦੇ ਵਿੱਚ ਨਾ ਹੋਵੇ, ਇਹ ਇਨਸ਼ੋਰ ਕੀਤਾ ਜਾਊਗਾ। ਤੇ ਇਹਦੇ ਲਈ ਇਹ ਨਹੀਂ ਹੈ ਵੀ ਇਕੱਲਾ ਸਰਕਾਰ ਜਾਂ ਅਮਨ ਅਰੋੜਾ ਜਾਂ ਮਹਿਕਮਾ ਕੁਛ ਕਰ ਲਊਗਾ, ਇਹਦੇ ਲਈ ਲੋਕਾਂ ਦਾ ਸਾਥ ਵੀ ਸਾਨੂੰ ਚਾਹੀਦਾ ਹੋਊਗਾ। ਅਰੋੜਾ ਸਾਹਿਬ, ਇਹੋ ਜਿਹਾ ਕਿਹੜਾ ਬਠਿੰਡੇ ਦਾ ਦਰਦ ਹੈ ਜਿਹੜਾ ਤੁਸੀਂ ਅੱਜ ਲੈ ਕੇ ਬਠਿੰਡੇ ਧਰਤੀ ਤੇ ਪਹੁੰਚੇ, ਜਿਹੜਾ ਤੁਹਾਨੂੰ ਦੱਸਿਆ ਹੋਊਗਾ ਤੁਹਾਡੇ ਐਮਐਲਏ ਸਾਹਿਬ ਨੇ ਕਿ ਬਠਿੰਡਾ ਦੇ ਵਿੱਚ ਆਹ ਦੁੱਖ ਹੈ ਲੋਕਾਂ ਨੂੰ? ਮੈਨੂੰ ਐਮਐਲਏ ਸਾਹਿਬ ਨੇ ਦੱਸਿਆ, ਮੈਨੂੰ ਥੋੜਾ ਪੱਤਰਕਾਰਾਂ ਤੋਂ ਜ਼ਰੂਰ ਪਤਾ ਲੱਗ ਗਿਆ। ਪੱਤਰਕਾਰਾਂ ਹਾਂ ਲੱਗ ਗਿਆ, ਉਹ ਮੈਂ ਸਮਝ ਗਿਆ ਤੇ ਹੱਲ ਵੀ ਕਰ ਦੂੰਗਾ, ਬੇਫਿਕਰ ਰਹੋ। ਸਰ ਕੂੜਾ ਡੰਪ ਬਣਿਆ ਹੋਇਆ ਸਰ, ਤੇ ਉਹ ਵਾਦੀ ਚ ਆਇਆ ਹੈਗਾ ਜੀ ਹੁਣ। ਕਿਹੜਾ ਜੀ? ਬਿਲਕੁਲ ਨਾਲ ਹੀ ਹੈਗਾ ਜੀ, ਵੱਡਾ ਕੂੜਾ ਡੰਪ ਹੈਗਾ। ਹੋਰ ਵੀ ਸ਼ਹਿਰਾਂ ਦਾ ਕੂੜਾ ਇੱਥੇ ਆਉਂਦਾ। ਦੇਖੋ ਇਸ ਤਰ੍ਹਾਂ ਹੈ, ਇਹ ਲੈਗੇਸੀ ਵੇਸਟ ਵਾਲਾ ਦੇਖੋ ਇਸ ਤਰ੍ਹਾਂ ਹੈ ਕਿ ਹੁਣ ਮੈਂ ਤੁਹਾਨੂੰ ਦੱਸਦਾ, ਪਿਛਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਪਤਾ ਹੈਗਾ ਉਦੋਂ ਦੀ ਸਰਕਾਰਾਂ ਨੇ ਗੌਰ ਕਿਉਂ ਨਹੀਂ ਕੀਤੀ ਹੈਗੀ। ਇਹ ਜਿਹੜਾ ਕੂੜੇ ਦੇ ਡੰਪ ਇਕੱਲੇ ਬਠਿੰਡੇ 'ਚ ਨਹੀਂ, ਥਾਂ ਥਾਂ ਦੇ ਉੱਪਰ ਇਹ ਲੱਗੇ ਪਏ ਨੇ। ਇਸ ਲੈਗੇਸੀ ਵੇਸਟ ਦੇ ਚੱਕਰ ਦੇ ਵਿੱਚ ਹਰੇਕ ਮਿਊਨਿਸਪਲ ਕਾਰਪੋਰੇਸ਼ਨ ਨੂੰ ਜੁਰਮਾਨੇ ਨੇ ਜਿਹੜੇ ਐਨਜੀਟੀ ਵੱਲੋਂ ਉਹ ਵੀ ਲੱਗ ਰਹੇ ਨੇ। ਸਾਡੇ ਛੋਟੇ ਛੋਟੇ ਸ਼ਹਿਰਾਂ ਨੂੰ, ਹੁਣ ਸੁਨਾਮ ਦੀ ਗੱਲ ਕਰ ਲਾ, ਉੱਥੇ 2 ਲੱਖ ਰੁਪਏ ਲੱਗ ਰਿਹਾ, ਲੁਧਿਆਣੇ 10 ਲੱਖ ਰੁਪਏ ਜੁਰਮਾਨਾ ਲੱਗ ਰਿਹਾ। ਤੁਹਾਡੇ ਬਠਿੰਡਾ ਕਿੰਨਾ ਲੱਗ ਰਿਹਾ ਜੀ? ਸਾਡਾ ਸਰ ਪਰ ਕਾਉਂਸਲ 5 ਲੱਖ ਰੁਪਏ ਪਰ ਮੰਥ, ਪਰ ਕਾਉਂਸਲ 5 ਲੱਖ ਰੁਪਏ ਜੁਰਮਾਨਾ ਲੱਗ ਰਿਹਾ ਐਨਜੀਟੀ ਵੱਲੋਂ। ਇਹ ਜਿਹੜਾ ਕੰਮ ਪਿਛਲਾ ਸਰਕਾਰਾਂ ਨੇ ਕਰਨਾ ਬਣਦਾ ਸੀਗਾ ਉਹ ਕਰਕੇ ਨਹੀਂ ਗਏ ਹੈਗੇ, ਔਰ ਇਹਦਾ ਪ੍ਰੋਸੈਸ ਹੈ ਜਿਹੜਾ ਉਹ ਹੁਣ ਚੱਲ ਰਿਹਾ ਹੈ ਐਨਜੀਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਚੱਲ ਰਿਹਾ ਹੈ। ਇਹਨੂੰ ਸਾਰੇ ਨੂੰ ਕਲੀਨ ਆਊਟ ਕਰਨ ਦੇ ਲਈ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ, ਬਠਿੰਡੇ ਦੇ ਲੋਕਾਂ ਨੇ ਝਾੜੂ ਚੱਕ ਹੀ ਲਿਆ ਤੇ ਸਫਾਈ ਤਾਂ ਹੋਈ ਜਾਣੀ ਹੈ। ਇੱਕ ਇੱਥੇ ਤਰਵੈਣੀ ਕੰਪਨੀ ਲਾਈ ਗਈ ਹੈ ਜੀ, ਉਹ ਕੰਮ ਨਹੀਂ ਕਰਦੀ। ਜਿਹੜਾ ਕੰਮ ਉਹ 12 ਘੰਟਿਆਂ ਦਾ 24 ਘੰਟਿਆਂ ਦੀ ਕਹਿੰਦੇ ਹੈਗੇ, ਤੋਂ 5-5 ਦਿਨਾਂ ਬਾਅਦ ਕਿਤੇ ਪੁੱਛਦੇ ਆ ਵੀ ਤੁਹਾਡਾ ਕੰਮ ਹੋਇਆ ਕਿ ਨਹੀਂ। ਨਹੀਂ ਤਰਵੈਣੀ ਕੰਪਨੀ ਕਾਹਦੇ ਕੀ ਕੰਮ ਕੀ ਕਰ ਰਹੀ ਹੈ ਜੀ? ਉਹ ਸੀਵਰੇਜ ਦਾ ਹੈਗਾ ਜੀ, ਹੋਰ ਹੈਗਾ ਵਾਟਰ ਸਪਲਾਈ ਦਾ ਜੀ, ਸਾਰਾ ਹੀ। ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜਾ 24 ਘੰਟਾ ਦਾ ਕੰਪਲੀਟ ਦਾ 24 ਘੰਟਾ ਦਾ ਟਾਈਮ ਦੇ ਕੇ ਜੀ, ਉਹ 200 ਘੰਟੇ ਬਾਅਦ ਉਹਨਾਂ ਦਾ ਫੋਨ ਆਉਂਦਾ ਵੀ ਤੁਹਾਡਾ ਹੋਇਆ ਕਿ ਨਹੀਂ, ਪਰ ਬੰਦਾ ਨਹੀਂ ਕੋਈ ਪਹੁੰਚਾਉਂਦਾ। ਨਹੀਂ ਉਹਨਾਂ ਕੋਲ ਕੀ ਸੀਵਰੇਜ ਦਾ ਵਾਟਰ ਸਪਲਾਈ ਵੀ ਹੈ ਸਾਰੇ ਸ਼ਹਿਰ ਦੀ। ਇਹਨੂੰ ਐਗਜ਼ਾਮਿਨ ਕਰੋ। ਕਾਰਪੋਰੇਸ਼ਨ ਦਾ ਨੇ ਕੰਟਰੈਕਟ ਦਿੱਤਾ ਜੀ? ਕਾਰਪੋਰੇਸ਼ਨ ਦਾ ਇਸ਼ੂ ਹੈ ਇਹ ਤੁਸੀਂ ਐਮਐਲਏ ਸਾਹਿਬ ਦੇ ਤੇ ਆਪਣਾ ਡੀ ਸਾਹਿਬ ਇਹਨੂੰ ਐਗਜ਼ਾਮਿਨ ਕਰਨਗੇ ਜੀ। ਕੋਈ ਨਹੀਂ ਜੀ, ਕਿਉਂ ਫਿਕਰ ਕਰਦੇ ਹੋ? ਇਹ ਤੁਸੀਂ ਦੱਸਤਾ। ਹਾਂਜੀ ਕੋਈ ਨਹੀਂ, ਸਾਡੀ ਇੱਕ ਬੇਨਤੀ ਥੋੜੀ ਜਿਹੀ ਸੁਣ ਲਓ। ਹੁਕਮ ਜੀ। ਅਸੀਂ ਗੋਨਿਆਣਾ ਮੰਡੀ ਤੋਂ ਆਏ ਪਹਿਲਾਂ ਪੀਸੀ ਹੋ ਜਾਣਦੇ ਬੋਲੋ ਜੀ, ਬੋਲੋ। ਹਾਂਜੀ, ਮੇਨ ਮੁੱਦਾ ਸੀਗਾ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਦਾ ਉਹ ਭ੍ਰਿਸ਼ਟਾਚਾਰ ਸੀ। ਹੁਣ ਵੀ ਲੋਕ ਆਰਟੀ ਦਫ਼ਤਰ ਤੋਂ ਇੰਨਾ ਦੁਖੀ ਹੈ। ਇਹਨਾਂ ਨੇ ਵੀਡੀਓ ਵੀ ਪਾਈ ਸੀ ਕਿ ਉੱਥੇ ਜਲੂਸ ਕੱਢ ਕੇ ਗਏ ਆ, ਕਨੈਕਟਰਾਂ ਦਾ ਲਾਇਸੈਂਸ ਬੰਨੇ ਸੀ। ਉੱਥੇ ਕੰਮ ਜ਼ਿਆਦਾ ਏਜੰਟਾਂ ਦਾ ਹੁੰਦਾ, ਆਮ ਬੰਦੇ ਵਾਸਤੇ ਤਾਂ ਜਾ ਕੇ ਕੰਮ ਬਹੁਤ ਔਖਾ ਹੁੰਦਾ। ਤੁਸੀਂ ਮੜੇ ਉਹਦੇ ਬਾਰੇ देखो इस तरह सर ये जो बोल रहे हो ना, थोड़ा सा आप सोचा करो कि एक साथ में बिल्कुल नया ऑफिसर आया है सर, वो पहले कभी इस तरीके से फील्ड में नहीं रही है। गवर्नमेंट ने जानबूझ करके अच्छे ईमानदार अफसरों को लगाया है। अब इस बार क्या है, मेरी बात सुनो, कंडक्टर में सर उनके पास टाइम ही था 3 दिनों का, सारे लोगों ने अप्लाई करना था। एक साथ हजारों लोगों ने अप्लाई कर दिया कि हमें कंडक्टर की लाइसेंस दे दीजिए। उनमें से कुछ के डॉक्यूमेंट्स भी तैयार नहीं थे, जिनके डॉक्यूमेंट्स पूरे नहीं थे उसने बोला मैं सिर्फ उसका करूंगा जिसका लीगली बनेगा। वो सैटरडे को भी काम पे लगी रही, रात तक उसने कंप्लीट काम किया, छुट्टी वाले दिन भी उसने ट्रैक चलवाया, टेस्टिंग करवाई। अब जो सही काम कर रहा है उसको सपोर्ट करो। उसने शी क्लियर्ड इट, उसने सारे जिनका जेन्युइन बनता था ड्यू डेट से पहले सबको डिलीवर करा दिया। सो ठीक है, इश्यूज हो सकते हैं, पहले इशू और भी है, चलो बिल्कुल जेन्युइन इश्यूज हो सकते हैं, बट जहाँ पे ऑफिसर काम कर रहा है उसको सराहो। मेरा लाइसेंस सीताबाद लड़का हुआ था, मैं खुद मिला जाके, फिर मेरा लाइसेंस निकाला। एजेंट है ना जो क्लर्क हैं, उनको गुमराह कर रहे हैं आरटी साहब मैडम। 15 दिन सर कोई भी था नहीं, उसके बाद ऑफिसर आया। देखो इस तरह ਗੱਲ ਸਮਝੋ ਇੱਕ ਮਿੰਟ। ਜੇ ਤੱਕ ਤੁਸੀਂ ਗੱਲ ਕੀਤੀ ਹੈ ਕਰਪਸ਼ਨ ਦੀ, ਕਰਪਸ਼ਨ ਦੇ ਲਈ ਮੇਰੇ ਖਿਆਲ ਦੇ ਵਿੱਚ ਜਿੰਨੀ ਵੱਡੀ ਔਰ ਤਗੜੀ ਮੁਹਿੰਮ, ਜਿੰਨੀ ਮਜ਼ਬੂਤੀ ਦੇ ਨਾਲ ਮੁਹਿੰਮ ਤਾਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤੀ ਹੈ, ਅੱਜ ਤੱਕ ਸ਼ਾਇਦ ਕਿਸੇ ਨੇ ਸੋਚੀ ਵੀ ਨਹੀਂ ਸੀਗੀ। ਅੱਗੇ ਜਿਹੜਾ ਕੋਈ ਹਿੱਕ ਥਾਪੜ ਕੇ ਆਪਦੀ ਕਹਿੰਦਾ ਸੀਗਾ, ਪੈਸੇ ਮੰਗਣ ਦੀ ਜ਼ਰੂਰਤ ਕਰਦਾ ਸੀਗਾ, ਅੱਜ ਜੇ ਕੋਈ ਕਰਪਸ਼ਨ ਦੀ ਗੱਲ ਕਰਦੇ ਤਾਂ ਲੱਤਾਂ ਥਰ-ਥਰ ਕੰਬਦੀਆਂ ਨੇ। ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਸਰਕਾਰ ਦੀ। ਹੁਣ ਜਦੋਂ ਬੰਦੇ ਨੇ ਕੋਈ ਕੰਮ ਕਰਨਾ ਹੈ, ਚਾਹੇ ਜਿਹੜੇ ਕੋਈ ਅਧਿਕਾਰੀ ਨੇ, ਅਫਸਰ ਨੇ, ਉਹ ਵੀ ਹੈਗੇ ਤਾਂ ਇਨਸਾਨ ਹੀ, ਜਦੋਂ ਕੋਈ ਕੰਮ ਕਰੂਗਾ ਤੇ ਗਲਤੀ ਹੋਣ ਦੇ ਚਾਂਸਿਸ ਵੀ 5% ਹੁੰਦੇ ਨੇ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਸਰਕਾਰ ਹੈ, ਚਾਹੇ ਲੀਡਰ ਹੈ, ਚਾਹੇ ਮੰਤਰੀ ਐਮਐਲਏ ਨੇ, ਤੇ ਚਾਹੇ ਅਧਿਕਾਰੀ ਅਫਸਰ ਮੁਲਾਜ਼ਮ ਨੇ,
ਉਹਨਾਂ ਦੀ ਇੰਟੈਂਸ਼ਨ ਦੇ ਉੱਪਰ ਆਪਾਂ ਬਿਨਾਂ ਵਜ੍ਹਾ ਸ਼ੱਕ ਨਾ ਕਰੀਏ। ਜੇ ਕੋਈ ਮੇਰੀ ਸੁਣ ਤਾਂ ਲਵੋ ਜੀ ਇੱਕ ਮਿੰਟ, ਜੇ ਕੋਈ ਇਹੋ ਜੀ ਗੱਲ ਤੁਹਾਨੂੰ ਲੱਗਦੀ ਹੈ ਵਿਦ ਫੈਕਟਸ ਐਂਡ ਫਿਗਰਸ, ਪੱਕਾ ਤੱਥ ਸਬੂਤ ਆਪਣੇ ਕੋਲ ਹੈਗੇ, ਤੇ ਇੱਕ ਆਨਲਾਈਨ ਪੋਰਟਲ ਕੰਪਲੇਂਟਸ ਪੋਰਟਲ ਹੈ ਜਿਹੜਾ ਉਹ ਮਾਨ ਸਾਹਿਬ ਨੇ ਸ਼ੁਰੂ ਕੀਤਾ ਹੋਇਆ ਹੈ, ਉਹ 'ਤੇ ਪਾਓ। ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਜਿਹੜਾ ਸਵਾਲ ਹੈ ਉਹ ਗਲਤ ਨਹੀਂ ਹੋ ਸਕਦਾ, ਕਿਉਂਕਿ ਦੁੱਧ ਦਾ ਜਿਹੜਾ ਲੱਸੀ ਫੁੱਕਾ ਮਾਰ ਪੀਂਦੇ ਪਿਛਲੇ 70 ਸਾਲਾਂ ਦੇ ਵਿੱਚ ਜਿਹਾ ਕੋਈ ਚੱਲੀ ਜਾਂਦਾ ਸੀ, ਆਪਾਂ ਨੂੰ ਹੁਣ ਵੀ ਲੱਗਦਾ ਵੀ ਉਹ ਜਿਹਾ ਕੋਈ ਚੱਲੀ ਜਾਂਦਾ, ਉਹ ਨਹੀਂ ਚੱਲਣ ਦੇਣਾ ਹੈਗਾ। ਜਿਹੜੀ ਬਠਿੰਡੇ ਦੀ ਪ੍ਰੈਸ ਹੈ ਨਾ ਜੀ, ਉਹੋ ਜੀ ਹੈ ਜਿਹੜੀ ਪਹਿਲਾਂ ਸੀ। ਲੇਕਿਨ ਗੱਲ ਇਹ ਹੈ ਅੱਜ ਜਿਹੜਾ ਮੁੱਦਾ ਪ੍ਰੈਸ ਦਾ ਤੁਹਾਡੇ ਮੂਹਰੇ ਆਇਆ, ਉਸ ਲਈ ਅਸੀਂ ਮਾਫੀ ਮੰਗਦੇ, ਲੇਕਿਨ ਮੁੱਦਾ ਜਿਹੜਾ ਗੰਭੀਰ ਹੈ, DPRO ਸਾਹਿਬ ਨੂੰ ਥੋੜਾ ਜਿਹਾ ਸਮਝਾਉਣ ਦੀ ਲੋੜ ਹੈ। ਅਰੋੜਾ ਸਾਹਿਬ ਇੱਕ ਸਵਾਲ ਹੈ ਜੀ, ਤੁਸੀਂ ਪੰਚਾਇਤੀ ਜ਼ਮੀਨਾਂ, ਸ਼ਾਮਲਾਟ ਜ਼ਮੀਨਾਂ ਜਿਹੜੀਆਂ ਹੈਗੀਆਂ ਛੁਡਵਾ ਰਹੇ ਹੋ। ਬਠਿੰਡਾ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਮਾਤਰ 1 ਰੁਪਏ ਦੇ ਉੱਤੇ ਲੀਜ਼ ਦੇ ਉੱਤੇ ਜ਼ਮੀਨਾਂ ਦਿੱਤੀਆਂ ਗਈਆਂ, ਕੀ ਉਹਦੀ ਇਨਕੁਆਇਰੀ ਹੋਊਗੀ? ਪਿਛਲੀਆਂ ਸਰਕਾਰਾਂ ਨੇ ਦਿੱਤੀਆਂ, ਉਹ ਵੀ ਉਹ ਕਮਰਸ਼ੀਅਲ ਜਗ੍ਹਾ ਦੇ ਉੱਪਰ ਬਿਲਡਿੰਗਸ ਬਣੀਆਂ ਹੋਈਆਂ। ਕਈ ਹਸਪੀਟਲਸ ਨੇ ਜੀ, ਇਕੱਲਾ ਮੈਕਸ ਨਹੀਂ ਹੈਗਾ, ਕਈ ਹਸਪੀਟਲਸ ਨੇ। ਦੇਖੋ ਇਸ ਤਰ੍ਹਾਂ ਕਿ ਇਹ ਮੈਂ ਇਹਦੇ ਬਾਰੇ ਕੁਝ ਵੀ ਪ੍ਰੀਮੈਚੁਰਲੀ ਮੈਂ ਕਹਿਣਾ ਨਹੀਂ ਚਾਹੂੰਗਾ। ਇਹ ਬਠਿੰਡੇ ਦੇ ਲੋਕ ਇਹਦੇ ਬਾਰੇ ਕੀ ਸੋਚਦੇ ਨੇ, ਕੀ ਚਾਹੁੰਦੇ ਨੇ, ਕੀ ਕਰਾਉਣਾ ਚਾਹੁੰਦੇ ਨੇ, ਉਹ ਤੁਸੀਂ MLA ਸਾਹਿਬ ਹੋਣਾ ਦੇ ਤੁਸੀਂ ਇਹਨਾਂ ਨੂੰ ਏਡੇ ਵੱਡੇ ਮੈਂਡੇਟ ਦੇ ਨਾਲ ਜਿਤਾ ਕੇ ਭੇਜਿਆ। ਤੁਸੀਂ ਇਹਨਾਂ ਦੇ ਥਰੂ ਹੈਲਥ ਮਿਨਿਸਟਰ ਕੋਲੇ, CM ਸਾਹਿਬ ਕੋਲੇ ਤੁਸੀਂ ਗੱਲ ਪਹੁੰਚਾਓ। ਫਿਰ ਉਸ ਲੈਵਲ ਦੇ ਉੱਪਰ ਜੇ ਕੋਈ ਗੱਲ ਆਊਗੀ ਤਾਂ ਕੈਬਨਿਟ ਵਿਚਾਰ ਕਰ ਲੂਗੀ ਉਹਦੇ ਉੱਪਰ। ਮੈਂ ਆਫ ਹੈਂਡ ਦੂਜੇ ਡਿਪਾਰਟਮੈਂਟ ਦੇ ਫੰਕਸ਼ਨਿੰਗ ਦੇ ਬਾਰੇ, ਠੀਕ ਹੈ ਨਾ, ਇਹ ਹੋ ਸਕਦਾ ਤੁਹਾਡਾ ਇੱਕ ਜਣੇ ਦਾ ਸਵਾਲ ਹੈ, ਜਿਹੜਾ ਮੈਂ ਸਵਾਲ ਨੂੰ ਗਲਤ ਨਹੀਂ ਕਹਿੰਦਾ ਹੈਗਾ, ਪਰ ਜੇ ਆਪਾਂ ਕਹੀਏ ਵੀ 100% ਸਾਰੇ ਲੋਕਾਂ ਦਾ ਸਵਾਲ ਇਹ ਹੋਊਗਾ। ਸੋ ਇਸ ਕਰਕੇ ਇਹਨੂੰ ਮੈਂ ਇਹ ਜਿਹੇ ਬੜੇ ਪ੍ਰੀਮੈਚੁਰਲੀ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ। ਜੇ ਕੋਈ ਤੁਹਾਡੀ ਇਹੋ ਜਿਹੀ ਗੱਲ ਹੈ, ਤੁਸੀਂ ਗਿੱਲ ਸਾਹਿਬ ਨਾਲ ਗੱਲ ਕਰੋ ਤੇ ਲੋਕਾਂ ਦੇ ਪਬਲਿਕ ਸੈਂਟੀਮੈਂਟ ਨੂੰ ਇਹ CM ਸਾਹਿਬ ਤੱਕ ਪਹੁੰਚਾਉਣਗੇ ਤੇ ਉਹਦੇ ਅਕੋਰਡਿੰਗਲੀ ਸਰਕਾਰ ਫੈਸਲਾ ਲਊਗੀ। ਕੀ ਹੈ ਜੀ, ਕਣਕ ਦੀ ਸਪਲਾਈ ਸਹੀ ਨਹੀਂ, ਦੱਸੋ ਕੀ ਇਸ਼ੂ ਹੈ ਜੀ? ਹਰ ਡਿਪੂ ਦੇ ਨਾਲ ਹਰ ਜਗ੍ਹਾ सर ਉਹਦਾ इशू ये आ रहा है सर, देयर आर ओनली 16 POS मशीन्स, हाँ टोटल 16 है सर, तो और सिस्टम जो है वो थोड़ा स्लो है, तो इस करके काफ़ी सारे लोग जमा हो जाते हैं। तो ਇਹ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਜਿਹੜੀਆਂ ਅੱਜ ਕੱਲ੍ਹ ਬਾਇਓਮੈਟ੍ਰਿਕ ਮਸ਼ੀਨਸ ਨੇ, POS ਮਸ਼ੀਨਸ, ਉਹਦੇ ਨਾਲ ਇਹ ਜਿਹੜਾ ਆਟਾ ਕਣਕ ਹੈ ਜਿਹੜੀ ਉਹ ਡਿਲੀਵਰ ਹੁੰਦੀ ਹੈ, ਪਰ ਇਹਦਾ ਅਸੀਂ ਓਵਰਆਲ ਇਹਨੂੰ ਬਿਲਕੁਲ ਹੀ ਸਟ੍ਰੀਮਲਾਈਨ ਕਰਨ ਲੱਗੇ ਹਾਂ। ਹੋਮ ਡਿਲੀਵਰੀ ਦਾ ਸਿਸਟਮ ਹੈ ਜਿਹੜਾ ਉਹ ਸਰਕਾਰ ਸ਼ੁਰੂ ਕਰਨ ਲੱਗੀ ਹੈ, ਬੜੀ ਜਲਦੀ ਸ਼ੁਰੂ ਹੋ ਜਾਊਗਾ। ਉਹਦੇ ਚਾਹੇ ਤੁਸੀਂ ਕਣਕ ਲੈ ਲਓ ਚਾਹੇ ਆਟਾ ਲੈ ਲਓ, ਉਹ ਹੋਮ ਡਿਲੀਵਰ ਹੋਇਆ ਕਰੂਗਾ। ਇਹ ਸਿਸਟਮ ਸਾਰਾ ਅਸੀਂ ਸਟ੍ਰੀਮਲਾਈਨ ਕਰਦੇ ਨੇ ਥੋੜ੍ਹੇ। ਸਰਕਾਰ ਨੂੰ ਕੀ ਹੈ ਲੱਗਿਆ ਹੋਇਆ 10-12% ਜਿਹੜਾ ਕੱਟ ਹੈ ਉਹ ਸਿਰਫ ਜਿਹੜਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅੰਦਰ ਆਇਆ ਸੀਗਾ, ਉਹ ਭਾਰਤ ਸਰਕਾਰ ਨੇ ਹੀ 12% ਕੱਟ ਲਵਾਇਆ ਹੈ। ਉਹਨਾਂ ਦੀ ਇਹ ਸੋਚ ਸੀਗੀ ਕਿ 100 ਵਿੱਚੋਂ ਸਿਰਫ 88 ਬੰਦੇ ਹੀ ਆਉਣਗੇ ਲੈਣ ਦੇ ਲਈ, ਪਰ ਇੱਥੇ ਕੋਈ ਕਿਤੇ ਜ਼ਿਆਦਾ ਆ ਜਾਂਦੇ ਨੇ। ਆਪਾਂ ਉਹ ਵੀ ਸੌਰਟ ਆਊਟ ਕਰਾਇਆ ਸੀਗਾ ਕਿ ਜਿੱਥੇ ਥੋੜਾ ਜਿਹਾ ਬਚ ਜਾਂਦਾ ਹੈ ਉਹ ਆਪਾਂ ਦੂਜੀ ਥਾਂ ਤੇ ਟ੍ਰਾਂਸਫਰ ਕਰਾ ਦਈਏ। ਆਪਾਂ ਕਰਾਇਆ ਵੀ 1-2 ਥਾਵਾਂ ਤੇ ਜਿੱਥੇ ਕਮੀ ਸੀ। ਲਓ ਜੀ ਹੁਣ